ਇਹ ਸਰ ਜਗਮੀਤ ਸਿੰਘ ਬਰਾੜ ਸਾਹਿਬ ਨੇ ਆਪਣੇ ਪੱਧਰ ਤੇ ਜਿਹੜਾ ਸੀਗਾ ਇਹ ਕਮੇਟੀ ਅਨਾਉਂਸ ਕੀਤੀ, ਜਿਹੜਾ ਕਿ ਪਾਰਟੀ ਨੂੰ ਨਾ ਤਾਂ ਕੋਈ ਉਹਨਾਂ ਨੂੰ ਅਧਿਕਾਰ ਦਿੱਤਾ ਸੀ ਤੇ ਨਾ ਹੀ ਉਹ ਬਣਾ ਸਕਦੇ ਸੀ ਇਸ ਕਿਸਮ ਦੀ। ਪਾਰਟੀ ਦੇ ਸਿਧਾਂਤ ਹੁੰਦੇ ਆ, ਪਾਰਟੀ ਦਾ ਇੱਕ ਸਿਸਟਮ ਹੁੰਦਾ ਹੈ। ਅਗਰ ਜੇ ਕਿਸੇ ਨਾਲ ਕੋਈ ਗੱਲ ਹੋਈ ਹੈ ਤੇ ਉਹ ਪਾਰਟੀ ਦੀ ਬਿਹਤਰੀ ਲਈ ਜੇ ਕੋਈ ਕਰਨੀ ਹੋਵੇ ਤਾਂ ਪਾਰਟੀ ਪ੍ਰਧਾਨ ਸਾਹਿਬ ਨਾਲ ਹੁੰਦੀ ਹੈ। ਦੇਵ ਸਿੰਘ ਢੀਂਡਸਾ ਨੇ ਸ਼ਲਾਘਾ ਕੀਤੀ ਹੈ ਬਰਾੜ ਸਾਹਿਬ ਦੀ ਕੋਆਰਡੀਨੇਸ਼ਨ ਕਮੇਟੀ ਦੀ। ਕਹਿੰਦੇ ਪੰਥ ਨੂੰ ਬਚਾਉਣ ਦੇ ਲਈ ਜੇ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਉਹ ਵਧੀਆ ਹੈਗੀ ਹੈ। ਕਿਉਂਕਿ ਮੇਰਾ ਖਿਆਲ ਹੈ ਕਿ ਬੇਲੋੜ ਹੈ ਇਸ ਕਮੇਟੀ ਦੇ ਉੱਤੇ ਕੋਈ ਵੀ ਚਰਚਾ ਕਰਨੀ ਜਿਹੜੀ ਦੀ ਹੋਂਦ ਹੀ ਕੋਈ ਨਹੀਂ। ਕਿ ਰਾਜਵਾਨਾ ਦੀ ਰਿਹਾਈ ਨੂੰ ਲੈ ਕੇ ਕਾਫੀ ਲੰਬੀ ਲੜਾਈ ਅਕਾਲੀ ਦਲ ਲੜਦਾ ਰਿਹਾ ਹੈ। ਹੁਣ ਕਿਹਾ ਜਾ ਰਿਹਾ ਕਿ ਹੁਣ ਵੀ ਕੇਂਦਰ ਨਾਲ ਗੱਲਬਾਤ ਕੀਤੀ ਜਾਊਗੀ, ਹੁਣ ਵੀ ਕੰਸੀਡਰੇਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਿਰਫ ਜਿਹੜੇ ਉਸ ਵੇਲੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਕਰਨ ਦੇ ਵਿੱਚ ਉਹ ਪਾਰਟੀ ਸੀ ਜਾਂ ਉਹ ਲੋਕ ਸੀ ਉਸ ਵਹਿਣ ਦੇ ਵਿੱਚ ਵਹੇ ਸੀ ਤੇ ਜੋ ਦੇਸ਼ ਦਾ ਕਾਨੂੰਨ ਕਹਿੰਦਾ ਉਹਨਾਂ ਨੇ ਵੱਡੀ ਤੋਂ ਵੱਡੀ ਸਜ਼ਾ ਭੁਗਤ ਵੀ ਲਈ ਹੈ। ਤੇ ਮੇਰਾ ਖਿਆਲ ਹੈ ਕਿ ਹੁਣ ਹਮਦਰਦੀ ਨਾਲ ਵਿਚਾਰ ਕਰਦੇ ਕੇਂਦਰ ਸਰਕਾਰ ਨੂੰ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਉਹਨੂੰ ਪੂਰਾ ਕਰਨਾ ਚਾਹੀਦਾ। ਔਰ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਇਹਦੇ ਤੇ ਬਾਰ-ਬਾਰ ਇਕੱਲੇ ਕੇਂਦਰ ਦੇ ਹੱਥਾਂ ਵੱਲ ਨਹੀਂ ਦੇਖਣਾ ਚਾਹੀਦਾ। ਉਹ ਸਜ਼ਾ ਜਿਹੜੀ ਪੂਰੀ ਕਰ ਚੁੱਕੇ ਆ ਤਾਂ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਲਵਾਨ। ਕੱਲ ਜਗਮੀਤ ਸਿੰਘ ਬਰਾੜ ਦੇ ਵੱਲੋਂ ਪ੍ਰੈਸ ਵਾਰਤਾ ਕਰਕੇ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ, ਲੇਕਿਨ ਸ਼ਾਮ ਨੂੰ ਜੋ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਨੂੰ ਖਾਰਿਜ ਕਰਤਾ। ਆਖਿਰ ਕੀ ਕਾਰਨ ਨੇ? ਸ਼੍ਰੋਮਣੀ ਅਕਾਲੀ ਦਲ ਤੋਂ ਚਰਨਜੀਤ ਸਿੰਘ ਬਰਾੜ ਮੇਰੇ ਨਾਲ ਇੱਥੇ ਮੌਜੂਦ ਨੇ। ਸਰ, ਬਰਾੜ ਸਾਹਿਬ ਇੱਕ ਪ੍ਰੈਸ ਵਾਰਤਾ ਕਰਦੇ ਨੇ, ਉਸ ਦੇ ਵਿੱਚ ਕਹਿੰਦੇ ਨੇ ਕਿ ਸ਼ੁਰੂਆਤ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ਵਿਰੋਧੀ ਦੇ ਨਾਲ ਗੱਲਬਾਤ ਕਰਕੇ, ਇੱਕ ਪੰਥ ਨੂੰ ਬਚਾਉਣ ਦੀ ਕੋਸ਼ਿਸ਼ ਕਰਕੇ। ਸ਼ਾਮ ਤੱਕ ਜੇ ਹੈ ਚੀਮਾ ਸਾਹਿਬ ਦਾ ਟਵੀਟ ਆ ਜਾਂਦਾ, ਉਹ ਕਹਿੰਦੇ ਕਿ ਇਹ ਕਮੇਟੀ ਬਣਾਉਣ ਵਾਸਤੇ ਅਸੀਂ ਕਿਸੇ ਨੂੰ ਕਿਹਾ ਨਹੀਂ ਤਾਂ ਇਸ ਵਾਸਤੇ ਇਸ ਨੂੰ ਖਾਰਿਜ ਕੀਤਾ ਜਾਂਦਾ। ਕਾਰਨ ਕੀ ਰਹੇ ਹੋ? ਦੇਖੋ, ਇੱਕ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੇਕਰ ਕੋਈ ਵੀ ਫੈਸਲਾ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਕਿ ਪੁਰਾਣੀ ਕੋਰ ਕਮੇਟੀ ਹੈ ਉਹਨਾਂ 'ਚ ਬੈਠ ਕੇ ਜਾਂ ਪਾਰਟੀ ਪ੍ਰਧਾਨ ਸਾਹਿਬ ਦੇ ਲੈਵਲ ਤੇ ਲਿਆ ਜਾਂਦਾ ਤੇ ਫਿਰ ਹੀ ਕੋਈ ਕਮੇਟੀ ਫੋਰਮ ਹੁੰਦੀ ਹੈ ਜਾਂ ਫਿਰ ਹੀ ਕੋਈ ਕਮੇਟੀ ਕੰਮ ਕਰਨ ਲੱਗਦੀ ਹੈ। ਇਹ ਸਰ ਜਗਮੀਤ ਸਿੰਘ ਬਰਾੜ ਸਾਹਿਬ ਨੇ ਆਪਣੇ ਪੱਧਰ ਤੇ ਹੀ ਜਿਹੜਾ ਸੀਗਾ ਇਹ ਕਮੇਟੀ ਅਨਾਉਂਸ ਕੀਤੀ, ਜਿਹੜਾ ਕਿ ਪਾਰਟੀ ਨੂੰ ਨਾ ਤਾਂ ਕੋਈ ਉਹਨਾਂ ਨੂੰ ਅਧਿਕਾਰ ਦਿੱਤਾ ਸੀ ਤੇ ਨਾ ਹੀ ਉਹ ਬਣਾ ਸਕਦੇ ਸੀ ਇਸ ਕਿਸਮ ਦੀ। ਤੇ ਇਸ ਕਰਕੇ ਜਦੋਂ ਪਾਰਟੀ ਦੀ ਕੋਈ ਸਲਾਹ ਮਸ਼ਵਰਾ ਨਹੀਂ, ਕੋਈ ਪਾਰਟੀ ਦੇ ਵਿੱਚ ਕਿਸੇ ਨੇ ਅਧਿਕਾਰ ਨਹੀਂ ਸੀ ਦਿੱਤਾ ਤੇ ਇਹ ਬਣਾਉਣ ਦਾ ਕੋਈ ਤੁਕ ਨਹੀਂ ਬਣਦੀ। ਔਰ ਬਾਕੀ ਵੀ ਜੇ ਤੁਸੀਂ ਕਹੋ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਅਦਰਸ ਜਿਹੜੇ ਵੀ ਨਾਮਾਂ ਦੇ ਥੱਲੇ ਹੈਗੇ ਹੈ ਤਾਂ ਉਹਨਾਂ ਦੀ ਵੀ ਮੇਰੇ ਤਾਂ ਖਿਆਲ ਹੈ ਕੋਈ ਸਲਾਹ ਨਹੀਂ ਲਈਗੀ। ਇਸ ਕਰਕੇ ਇਹ ਕਮੇਟੀ ਨਹੀਂ, ਇੱਕ ਉਹਨਾਂ ਦਾ ਆਪਦਾ ਨਿੱਜੀ ਵਿਚਾਰ ਬਣ ਕੇ ਰਹਿ ਗਿਆ। ਨਾ ਕੋਈ ਕਮੇਟੀ ਫੋਰਮ ਹੋਈ ਹੈ, ਨਾ ਕੋਈ ਕਮੇਟੀ ਹੈਗੀ ਹੈ। ਕਮੇਟੀ ਤੁਸੀਂ ਕਹਿ ਰਹੇ ਹੋ ਫੋਰਮ ਨਹੀਂ ਹੋਈ, ਉਹਨਾਂ ਦੇ ਆਪਣੇ ਵਿਚਾਰ ਹੈ, ਲੇਕਿਨ ਉਹ ਕਹਿੰਦੇ ਨੇ ਕਿ ਮੈਂ 6 ਮਹੀਨਿਆਂ ਦੇ ਵਿਚਕਾਰ ਛੋਟੇ ਤੋਂ ਛੋਟਾ ਅਕਾਲੀ ਦਲ ਦਾ ਵਰਕਰ ਹੋਵੇ, ਕਾਰਜਕਰਤਾ ਹੋਵੇ, ਵੱਡੇ ਤੋਂ ਵੱਡਾ ਲੀਡਰ ਹੋਵੇ, ਸਾਰਿਆਂ ਨਾਲ, ਭਾਵੇਂ ਵਿਦੇਸ਼ ਦੇ ਵਿਚਕਾਰ ਭਾਵੇਂ ਦੇਸ਼ ਦੇ ਵਿਚਕਾਰ, ਉਹਨਾਂ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਹ ਕੋਆਰਡੀਨੇਸ਼ਨ ਕਮੇਟੀ ਬਣਾਉਣ ਦਾ ਫੈਸਲਾ ਕੀਤਾ, ਜਿਸ ਦੇ ਵਿੱਚ 7 ਧੜੇ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਨੇ ਉਸ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ, ਮੇਰਾ ਖਿਆਲ ਹੈ ਕਿ ਪਾਰਟੀ ਦੀਆਂ ਪਰੰਪਰਾਵਾਂ ਹੁੰਦੀਆਂ, ਪਾਰਟੀ ਦੇ ਸਿਧਾਂਤ ਹੁੰਦੇ ਆ, ਪਾਰਟੀ ਦਾ ਇੱਕ ਸਿਸਟਮ ਹੁੰਦਾ ਹੈ। ਅਗਰ ਜੇ ਕਿਸੇ ਨਾਲ ਕੋਈ ਗੱਲ ਹੋਈ ਹੈ ਤੇ ਉਹ ਪਾਰਟੀ ਦੀ ਬਿਹਤਰੀ ਲਈ ਜੇ ਕੋਈ ਕਰਨੀ ਹੋਵੇ ਤਾਂ ਪਾਰਟੀ ਪ੍ਰਧਾਨ ਸਾਹਿਬ ਨਾਲ ਹੁੰਦੀ ਹੈ। ਪਾਰਟੀ ਪ੍ਰਧਾਨ ਸਾਹਿਬ ਫਿਰ ਉਸ ਨੂੰ ਕੋਰ ਕਮੇਟੀ 'ਚ ਰੱਖਣ ਜਾਂ ਸੀਨੀਅਰ ਮੈਂਬਰਾਂ ਨਾਲ, ਲੀਡਰਸ਼ਿਪ ਨਾਲ ਸਲਾਹ ਕਰਕੇ ਜੇ ਕੋਈ ਉਹਦੀ ਇੰਪਲੀਮੈਂਟੇਸ਼ਨ ਜਾਂ ਕੋਈ ਉਹਦੇ ਵਿੱਚ ਅੱਗੇ ਵਧਣਾ ਤੇ ਉਹ ਤਾਂ ਹੁੰਦੀ ਹੈ। ਇਹ ਹੁਣ ਕੋਈ ਆਪੇ ਹੀ ਉੱਠ ਕੇ ਜੇ ਕੋਈ ਗੱਲ ਕਵੇ ਕਿ ਮੈਂ ਇਹ ਕੀਤਾ ਤੇ ਮੈਨੂੰ ਇਹ ਚੰਗਾ ਲੱਗਦਾ ਤੇ ਮੇਰਾ ਖਿਆਲ ਹੈ ਕਿ ਇਹ ਕੋਈ ਪਰੰਪਰਾ ਜਾਂ ਰੀਤ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਹੈਗੀ। ਇਸ ਕਰਕੇ ਇਹ ਮੈਂ ਪਹਿਲਾਂ ਹੀ ਕਹਿਤਾ, ਸਾਡੇ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਹੈ, ਪਾਰਟੀ ਦੇ ਪ੍ਰਵਕਤਾ ਨੇ ਸਾਡੇ, ਉਹਨਾਂ ਨੇ ਕਲੀਅਰ ਕਰਤਾ ਕਿ ਨਾ ਕੋਈ ਕਮੇਟੀ ਹੈਗੀ, ਨਾ ਬਣੀ ਨਾ ਬਣਾਈ। ਇਹ ਤਾਂ ਐਵੇਂ ਮੀਡੀਆ ਦੀ ਇੱਕ ਐਗਜ਼ਾਮਪਲ ਦਿੱਤੀ ਉਹਨਾਂ ਨੇ। ਐਗਜ਼ਾਮਪਲ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਜੋ ਸੰਨਾ ਦੇ ਨਾਲ ਹਮੇਸ਼ਾ ਤਿੱਖਾ ਹਮਲਾਵਰ ਇੱਕ ਦੂਜੇ ਦੇ ਨਾਲ ਰਹਿੰਦੇ ਸੀ, ਉੱਥੇ ਤੋਂ ਸ਼ੁਰੂਆਤ ਹੋਈ। ਕਹਿੰਦੇ ਕਿ ਉਹਨਾਂ ਨੇ ਜਦ ਉਹਨਾਂ ਨਾਲ ਹੱਥ ਮਿਲਾ ਲਿਆ ਸੰਨੇ ਭਰਾ ਦੇ ਨਾਲ ਤਾਂ ਫਿਰ ਇਹ ਕੋਆਰਡੀਨੇਸ਼ਨ ਦੇ ਭਾਵੇਂ ਸੁਖਦੇਵ ਸਿੰਘ ਢੀਂਡਸਾ ਹੋ, ਸਿਮਰਨਜੀਤ ਸਿੰਘ ਮਾਨ ਹੋ, ਸਿਰਸਾ ਹੋ, ਜੀ ਕਿਉਂ ਪੰਥ ਨੂੰ ਇਕੱਠ ਕਰਨ ਵਾਸਤੇ ਇਹਨਾਂ ਨੂੰ ਸਾਰਿਆਂ ਨੂੰ ਆ ਜਾਣਾ ਚਾਹੀਦਾ। ਦੇਖੋ, ਦੋ ਗੱਲਾਂ ਨੇ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਪ੍ਰਵਾਨ ਕਰੇਗਾ ਉਹ ਸਾਡੇ ਸਾਰਿਆਂ ਲਈ ਅਸੀਂ ਉਹਨੂੰ ਵੈਲਕਮ ਕਰਾਂਗੇ। ਸਰਨਾ ਸਾਹਿਬ ਸਾਡੇ ਨਾਲ ਲੜਦੇ ਰਹੇ, ਸਾਡੇ ਨਾਲ ਵਿਚਾਰਾਂ ਦੀ ਇੱਕ ਸਮਝ ਲਓ ਲੜਾਈ ਸੀ। ਜਦ ਤੱਕ ਉਹ ਸਾਡੇ ਖਿਲਾਫ ਰਹੇ, ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨਹੀਂ ਮੰਨੀਆਂ, ਇੱਥੋਂ ਤੱਕ ਕਿ ਕਈ ਵਾਰੀ ਅਕਾਲ ਤਖਤ ਸਾਹਿਬ ਦੇ ਵੀ ਫੈਸਲਿਆਂ ਨੂੰ ਚੈਲੰਜ ਕਰਦੇ ਰਹੇ, ਤਾਂ ਉਦੋਂ ਤੱਕ ਸਾਡੀ ਇੱਕ ਵਿਚਾਰਾਂ ਦੀ ਲੜਾਈ ਸੀ। ਜਦ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਹੀ ਅਪਣਾ ਲਈਆਂ
ਤੇ ਸਾਡੀ ਕੋਈ ਉਹਨਾਂ ਨਾਲ ਜਾਤੀ ਦੁਸ਼ਮਣੀ ਜਾਂ ਜਾਤੀ ਲੜਾਈ ਨਹੀਂ ਸੀਗੀ। ਇਸ ਕਰਕੇ ਮੋਸਟ ਵੈਲਕਮ ਜੇ ਕੋਈ ਵੀ ਧੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣਾ ਚਾਹੁੰਦਾ ਹੈ ਔਰ ਨੀਤੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਅਪਣਾਉਣੀਆਂ ਚਾਹੁੰਦਾ ਹੈ ਤੇ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ। ਹਾਂ, ਇੱਕ ਥੋੜ੍ਹਾ ਬਹੁਤਾ ਹੋ ਸਕਦਾ ਕਿ ਜਿਹੜੇ ਨੀਤੀਆਂ ਨੂੰ ਨਹੀਂ ਮੰਨੂਗਾ ਤੇ ਫਿਰ ਉਹਦਾ ਤਾਂ ਮੇਰਾ ਖਿਆਲ ਹੈ ਕਿ ਫਿਰ ਉਹ ਪਾਰਟੀ 'ਚ ਰਲੇਵਾਂ ਜਾਂ ਪਾਰਟੀ ਦੇ ਨਾਲ ਵਾਪਸੀ ਕਿਵੇਂ ਹੋ ਸਕਦੀ ਹੈ। ਇੱਕ ਸਵਾਲ ਇੱਥੇ ਵੀ ਹੈ, ਸੁਖਦੇਵ ਸਿੰਘ ਢੀਂਡਸਾ ਨੇ ਸ਼ਲਾਘਾ ਕੀਤੀ ਹੈ ਬਰਾੜ ਸਾਹਿਬ ਦੀ ਕੋਆਰਡੀਨੇਸ਼ਨ ਕਮੇਟੀ ਦੀ। ਕਹਿੰਦੇ ਪੰਥ ਨੂੰ ਬਚਾਉਣ ਦੇ ਲਈ ਜੇ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਹੈ ਉਹ ਵਧੀਆ ਹੈਗੀ ਹੈ। ਦੇਖੋ, ਮੇਰਾ ਖਿਆਲ ਹੈ ਕਿ ਮੈਂ ਇੱਕ ਅਖਬਾਰ ਦੇ ਵਿੱਚ ਬਿਆਨ ਇਹ ਵੀ ਪੜ੍ਹਿਆ ਕਿ ਮੈਂ ਉਸ ਕਮੇਟੀ ਦਾ ਹਿੱਸਾ ਜਿਹੜਾ ਨਹੀਂ ਬਣੂਗਾ ਜਾਂ ਢੀਂਡਸਾ ਸਾਹਿਬ ਹਿੱਸਾ ਨਹੀਂ ਬਣਨਗੇ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਗੇ, ਇਹ ਉਹਨਾਂ ਨੇ ਕਿਹਾ। ਮੇਰਾ ਇਹ ਸਵਾਲ ਹੈ ਕਿ 102 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਨੇ ਔਰ 500 ਤੋਂ ਉੱਪਰ ਡੈਲੀਗੇਟ ਜਿਹੜੇ ਸਾਰੇ ਬਣਦੇ ਆ ਉਹਨਾਂ ਦੇ ਉਹ ਚੁਣੇ ਹੋਏ ਪ੍ਰਧਾਨ ਨੇ ਔਰ ਢੀਂਡਸਾ ਸਾਹਿਬ ਦਾ ਆਪਣਾ ਇੱਕ ਪਾਰਟੀ ਬਣਾਈ ਹੋਈ ਹੈ ਤੇ ਉਹ ਉਹਨਾਂ ਦੇ ਆਪਣੇ ਫੈਸਲੇ ਹੋ ਸਕਦੇ ਆ। ਪਰ ਮੇਰਾ ਖਿਆਲ ਹੈ ਕਿ ਨਾ ਉਹਨਾਂ ਨੇ ਇਹ ਕੋਈ ਕਮੇਟੀ ਐਕਸੈਪਟ ਕੀਤੀ ਹੈ, ਜੇ ਪਹਿਲਾਂ ਕੋਈ ਬਿਆਨ ਹੋਰ ਹੋ ਸਕਦਾ, ਦੂਜਾ ਕੋਈ ਹੋਰ ਹੋ ਸਕਦਾ। ਇਸ ਕਰਕੇ ਮੇਰਾ ਖਿਆਲ ਹੈ ਕਿ ਬੇਲੋੜ ਹੈ ਇਸ ਕਮੇਟੀ ਦੇ ਉੱਤੇ ਕੋਈ ਵੀ ਚਰਚਾ ਕਰਨੀ ਜਿਹੜੀ ਦੀ ਹੋਂਦ ਹੀ ਕੋਈ ਨਹੀਂ ਗੀ। ਲਾਸਟ ਸਵਾਲ ਹੈਗਾ ਕਿ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਕਾਫੀ ਲੰਬੀ ਲੜਾਈ ਅਕਾਲੀ ਦਲ ਲੜਦਾ ਰਿਹਾ ਹੈ। ਹੁਣ ਕਿਹਾ ਜਾ ਰਿਹਾ ਕਿ ਹੁਣ ਵੀ ਕੇਂਦਰ ਨਾਲ ਗੱਲਬਾਤ ਕੀਤੀ ਜਾਊਗੀ, ਹੁਣ ਵੀ ਕੰਸੀਡਰੇਸ਼ਨ ਕੀਤਾ ਜਾ ਰਿਹਾ। ਦੇਖੋ, ਬੜੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਦੀ ਸੁਪਰੀਮ ਕੋਰਟ ਤੋਂ ਲੈ ਕੇ ਸਾਡੇ ਦੇਸ਼ ਦਾ ਕਾਨੂੰਨ ਜਿਹੜਾ ਹੈ ਉਹ ਵੱਖਰੀਆਂ ਨਜ਼ਰਾਂ ਨਾਲ ਜਿਹੜਾ ਹੈਗਾ ਉਹ ਦੇਖਦਾ ਹੈ। ਅੱਜ ਬੜੀ ਆਸ ਸੀ ਕਿ ਮਾਣਯੋਗ ਸੁਪਰੀਮ ਕੋਰਟ ਨੇ ਜਿਵੇਂ ਪਿਛਲੀ ਤਰੀਕ ਤੇ ਬੜੀ ਸਖਤੀ ਦਿਖਾਈ ਸੀ ਕੇਂਦਰ ਸਰਕਾਰ ਨੂੰ ਤੇ ਸ਼ਾਇਦ ਕੋਈ ਹੱਲ ਨਿਕਲੇਗਾ, ਪਰ ਅੱਜ ਕੇਂਦਰ ਸਰਕਾਰ ਨੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਨੇ ਇਹਨਾਂ ਨੂੰ ਰਿਪੋਰਟਾਂ ਦੇਤੀਆਂ। ਜਿਹੜੇ ਬੰਦੇ ਦਾ 28-30 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਔਰ ਉਹਨਾਂ ਦਾ ਵੈਰੀ ਗੁੱਡ ਕਰੈਕਟਰ ਤੇ ਜਿਹੜੀਆਂ ਰਿਪੋਰਟਾਂ ਉਹ ਸਾਰੇ ਜੇਲ੍ਹ ਦੇ ਵਿੱਚੋਂ ਗਈਆਂ, ਕੋਈ ਉਹਨਾਂ ਨੂੰ ਪੈਰੋਲ ਨਹੀਂ ਮਿਲੀਗੀ ਕਦੇ ਉਹਨਾਂ ਦਾ ਕੋਈ ਕਿਸੇ ਨਾਲ ਮਿਸਬਿਹੇਵ ਤੱਕ ਦਾ ਵੀ ਕੰਡਕਟ ਨਹੀਂ ਹੈਗਾ ਜੇਲ੍ਹ ਦੇ ਵਿੱਚ, ਤਾਂ ਫਿਰ ਖਤਰਾ ਕਿਸ ਗੱਲ ਤੋਂ ਹੋ ਸਕਦਾ ਹੈ। ਔਰ ਉਹਨਾਂ ਨੇ ਹਮੇਸ਼ਾ ਜਿੱਥੋਂ ਵੀ ਉਹਨਾਂ ਦੀ ਚਿੱਠੀ ਛਪੀ ਜਾਂ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਜਿਹੜਾ ਹੈਗਾ ਜੋੜ ਕੇ ਰੱਖਣਾ ਸੀ, ਕਦੇ ਦੇਸ਼ ਨੂੰ ਤੋੜਨ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਸਿਰਫ ਜਿਹੜੇ ਉਸ ਵੇਲੇ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢਾਉਣ ਕਰਨ ਦੇ ਵਿੱਚ ਉਹ ਪਾਰਟੀ ਸੀ ਜਾਂ ਉਹ ਲੋਕ ਸੀ ਉਸ ਵਹਿਣ ਦੇ ਵਿੱਚ ਵਹੇ ਸੀ ਤੇ ਜੋ ਦੇਸ਼ ਦਾ ਕਾਨੂੰਨ ਕਹਿੰਦਾ ਉਹਨਾਂ ਨੇ ਵੱਡੀ ਤੋਂ ਵੱਡੀ ਸਜ਼ਾ ਭੁਗਤ ਵੀ ਲਈ ਹੈ। ਤੇ ਮੇਰਾ ਖਿਆਲ ਹੈ ਕਿ ਹੁਣ ਹਮਦਰਦੀ ਨਾਲ ਵਿਚਾਰ ਕਰਦੇ ਕੇਂਦਰ ਸਰਕਾਰ ਨੂੰ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਉਹਨੂੰ ਪੂਰਾ ਕਰਨਾ ਚਾਹੀਦਾ ਔਰ ਮਾਣਯੋਗ ਸੁਪਰੀਮ ਕੋਰਟ ਨੂੰ ਵੀ ਇਹਦੇ ਤੇ ਬਾਰ-ਬਾਰ ਇਕੱਲੇ ਕੇਂਦਰ ਦੇ ਹੱਥਾਂ ਵੱਲ ਨਹੀਂ ਦੇਖਣਾ ਚਾਹੀਦਾ। ਕਾਨੂੰਨ ਦੇ ਮੁਤਾਬਕ ਜਦੋਂ ਉਹ ਸਜ਼ਾ ਜਿਹੜੀ ਪੂਰੀ ਕਰ ਚੁੱਕੇ ਆ ਤਾਂ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਭਾਈ ਰਾਜੋਆਣਾ ਦੀ ਰਿਹਾਈ ਦੇ ਉੱਤੇ ਕੁਐਸਚਨ ਮਾਰਕ ਫਿਰ ਬਣ ਗਿਆ ਹੈ। ਕੇਂਦਰ ਨੇ ਸੁਰੱਖਿਆ ਦਾ ਹਵਾਲਾ ਦਿੱਤਾ ਲੇਕਿਨ ਬੰਦੀ ਸਿੱਖਾਂ ਦੀ ਰਿਹਾਈ ਦੇ ਵਿਚਕਾਰ ਰਾਜੋਆਣਾ ਦਾ ਨਾਂ ਸੀ ਤੇ ਉਹ ਕਦ ਰਿਹਾ ਹੋਣਗੇ ਇਸ ਤੇ ਨਜ਼ਰ ਟਿਕੀ ਰਹੇਗੀ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ ਟੀਵੀ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।